ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਤੋਂ ਹਾਈ ਕਮਾਨ ਤੋਂ ਜਦੋਂ ਝਾੜ ਖਾ ਕੇ ਆਏ ਨੇ ਤੇ ਪੰਜਾਬ ਦੇ ਵਿੱਚ ਆ ਕੇ ਹੁਣ ਹਰਕਤ ਦੇ ਵਿੱਚ ਆਏ, ਕੀ ਕੁਝ ਹਰਕਤ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਇਸ ਤੇ ਵੀ ਗੱਲਬਾਤ ਕਰਾਂਗੇ। ਸਮਝਾਵਾਂਗੇ ਕਿਸ ਤਰੀਕੇ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀ ਅਗਲੀ ਰਣਨੀਤੀ ਤੈਅ ਕਰ ਰਹੇ ਨੇ, ਰਣਨੀਤੀ ਬਣਾ ਰਹੇ ਨੇ, ਕੀ ਕੁਝ ਕਰ ਰਹੇ ਨੇ, ਇਹ ਤੇ ਵੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕੱਲ ਫਤਿਹਜੰਗ ਸਿੰਘ ਬਾਜਵਾ ਦੇ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਆਪਣੇ ਬੇਟੇ ਦੀ ਨੌਕਰੀ ਦੇ ਬਾਬਤ, ਤਾਂ ਉਹਨਾਂ ਦੇ ਵੱਲੋਂ ਸੁਖਵਿੰਦਰ ਸੁੱਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਮੇਤ ਜਿਹੜਾ ਸੁਨੀਲ ਜਾਖੜ ਤੇ ਵੀ ਕਈ ਤਰ੍ਹਾਂ ਦੇ ਤੰਜ ਕਸੇ ਗਏ ਸੀਗੇ, ਕਟਾਕਸ਼ ਕਸੇ ਗਏ ਸੀਗੇ, ਤੇ ਉਸ ਤੋਂ ਬਾਅਦ ਹੁਣ ਜਾਖੜ ਵੀ ਗਰਮ ਹੋ ਗਏ। ਉਹਨਾਂ ਦੇ ਵੱਲੋਂ ਵੀ ਬਾਜਵਾ ਪਰਿਵਾਰ ਤੇ ਸਿੱਧੇ ਤੌਰ ਤੇ ਨਿਸ਼ਾਨੇ ਸਾਧੇ ਗਏ, ਵੱਡੇ ਬਿਆਨ ਉਹਨਾਂ ਦੇ ਵੱਲੋਂ ਵੀ ਦਿੱਤੇ ਗਏ ਨੇ। ਕੀ ਕੁਝ ਕਹਿੰਦੇ ਨੇ ਸੁਨੀਲ ਜਾਖੜ, ਉਹ ਵੀ ਤੁਹਾਨੂੰ ਦੱਸਦੇ ਹਾਂ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਬੇਅਦਬੀ ਤੇ ਗੋਲੀकांड ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ। ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ, ਗ੍ਰਿਫਤਾਰੀ ਦੇ ਬਾਰੇ ਕੌਣ ਕਹਿ ਰਿਹਾ, ਸ਼ੰਕਾ ਕੌਣ ਜਤਾ ਰਿਹਾ, ਇਹ ਵੀ ਪੂਰੀ ਗੱਲਬਾਤ ਦੱਸਾਂਗੇ। ਤੇ ਕਿਉਂ ਜਤਾਈ ਜਾ ਰਹੀ ਹੈ ਸ਼ੰਕਾ, ਇਹ ਵੀ ਤੁਹਾਨੂੰ ਦੱਸਾਂਗੇ। ਇਹਨਾਂ ਤਿੰਨਾਂ ਖਬਰਾਂ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਤੇ ਬਾਅਦ ਚ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਜਦੋਂ ਤੋਂ ਹਾਈ ਕਮਾਨ ਤੋਂ ਝਾੜ ਖਾ ਕੇ ਆਏ ਨੇ ਤੇ ਪੰਜਾਬ ਦੇ ਵਿੱਚ ਹੁਣ ਵਾਅਦਿਆਂ ਦੀ ਲਿਸਟ, ਜਿਹੜੀ ਲੰਬੀ ਲਿਸਟ ਦਿੱਤੀ ਗਈ ਸੀ ਇੱਕ ਇੱਕ ਕਰਕੇ ਪੂਰੀ ਕਰਨ ਦੀ ਹੋੜ ਦੇ ਵਿੱਚ ਤਾਂ ਲੱਗ ਗਏ ਆ, ਕੀ ਲੱਗਦਾ ਕਿ ਪੂਰੇ ਹੋ ਪਾਉਣਗੇ ਵਾਅਦੇ ਜਿੰਨੇ ਦਿਨਾਂ ਦਾ ਉਹਨਾਂ ਵੱਲੋਂ, ਜਿੰਨੇ ਦਿਨਾਂ ਦੀ ਡੈਡਲਾਈਨ ਦਿੱਤੀ ਗਈ ਹੈ ਹਾਈ ਕਮਾਨ ਦੇ ਵੱਲੋਂ? ਸੁਖਵਿੰਦਰ ਜੀ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਜਿਵੇਂ ਤੁਸੀਂ ਕਿਹਾ ਕਿ ਝਾੜ ਖਾ ਕੇ ਆਏ ਨੇ ਦਿੱਲੀ ਤੋਂ, ਉਹਨਾਂ ਦੀ ਹਾਈ ਕਮਾਂਡ ਤੋਂ, ਪਰ ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਦੱਸਦਾ ਚਾਹਣਾ ਕਿ ਇੱਕ ਗਾਣਾ ਹੈ ਕਿ ਬਹੁਤ ਦੇਰ ਕਰਤੀ ਜਨਾਬ ਆਤੇ ਆਤੇ, ਬਹੁਤ ਦੇਰ ਹੋ ਚੁੱਕੀ ਹੈ। ਹੁਣ ਬੇਸ਼ੱਕ ਉਹ ਹਰਕਤ ਚ ਆਉਂਦੇ ਨਜ਼ਰ ਆਏ ਨੇ। ਇਸ ਤੋਂ ਵੀ ਇਲਾਵਾ ਜੇ ਆਪਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਉਹਨਾਂ ਨੇ ਜਿਹੜੇ ਪੈਰਾ ਓਲੰਪੀਅਨ ਖਿਡਾਰੀ ਸੀ ਸਾਡੇ, ਜਿਹੜੇ ਕਿ ਧਰਨਾ ਦੇ ਰਹੇ ਸੀ ਉਹਨਾਂ ਦੇ ਘਰ ਦੇ ਸਾਹਮਣੇ, ਔਰ ਉੱਥੇ ਪੁਲਿਸ ਨਾਲ ਉਹਨਾਂ ਦੀ ਝੜਪ ਵੀ ਹੋਈ ਹੈ, ਔਰ ਉਹਦੇ ਲਈ ਵੀ ਉਹਨਾਂ ਨੇ ਮਾਫੀ ਮੰਗੀ ਹੈ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਧਰਨੇ ਲੱਗਦੇ ਰਹੇ ਨੇ, ਚਾਹੇ ਅਧਿਆਪਕਾਂ ਦੇ ਧਰਨੇ ਲੱਗਦੇ ਹੋਣ, ਚਾਹੇ ਮੁਲਾਜ਼ਮਾਂ ਦੇ ਧਰਨੇ ਲੱਗਦੇ ਹੋਣ, ਚਾਹੇ ਕਿਸਾਨਾਂ ਦੇ ਧਰਨੇ ਲੱਗੇ ਹੋਣ, ਉਹਨਾਂ ਦੇ ਬਾਰੇ ਜਿੰਨਾ ਵੀ ਕੁੱਟ-ਕਟਾਪਾ ਹੋਇਆ ਲੋਕਾਂ ਦਾ, ਉਹਨਾਂ ਦੇ ਕਦੇ ਵੀ ਉਹਨਾਂ ਦੇ ਨੋਟਿਸ ਨਹੀਂ ਸੀ ਲਿਆ। ਪਰ ਕੱਲ ਦੀ ਹਰਕਤ ਤੋਂ ਬਾਅਦ ਉਹਨਾਂ ਨੇ ਬਕਾਇਦਾ ਤੌਰ ਤੇ ਉਹਨਾਂ ਨੇ ਫੋਨ ਤੇ ਗੱਲ ਕੀਤੀ ਖਿਡਾਰੀਆਂ ਦੇ ਨਾਲ, ਔਰ ਬਕਾਇਦਾ ਤੌਰ ਤੇ ਮਾਫੀ ਵੀ ਮੰਗੀ, ਔਰ ਇਹ ਵੀ ਕਿਹਾ ਕਿ ਹੁਣ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਅਸੀਂ ਆਉਣ ਵਾਲੀ ਜਿਹੜੀ ਕੈਬਨਿਟ ਦੀ ਮੀਟਿੰਗ ਹੈ ਉਹਦੇ ਵਿੱਚ ਹੱਲ ਵੀ ਕਰਾਂਗੇ। ਸੋ ਇੱਥੋਂ ਤੁਹਾਨੂੰ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਉਹ ਹਰਕਤ ਦੇ ਵਿੱਚ ਨਜ਼ਰ ਆ ਰਹੇ ਨੇ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਉਹਨਾਂ ਨੇ ਐਲਾਨ ਕੀਤੇ ਨੇ ਕਿ ਹੁਣ 2 ਲੱਖ ਸਮਾਰਟਫੋਨ ਦੇਣੇ ਹੈ, ਔਰ ਖਾਸ ਤੌਰ ਤੇ ਜਿਹੜੇ ਖੇਤ ਮਜ਼ਦੂਰ ਨੇ, ਸਾਡੇ ਦਲਿਤ ਭਰਾ ਨੇ, ਉਹਨਾਂ ਦਾ ਅਸੀਂ ਕਰਜ਼ਾ ਮਾਫ ਜਿਹੜਾ ਹੈਗਾ ਲਗਭਗ 600 ਕਰੋੜ ਰੁਪਏ ਦਾ, ਉਹ ਵੀ 560 ਕਰੋੜ, ਹਾਂ ਲਗਭਗ ਆਪਾਂ ਕਹਿ ਸਕਦੇ ਹਾਂ ਕਿ 576 ਕਰੋੜ ਦਾ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਏਦਾਂ ਦੀ ਹਰਕਤ ਜਿਹੜੀ ਹੈਗੀ ਹੈ, ਜਿੱਥੇ ਤਾਂ ਪਹਿਲਾਂ ਚਾਹੀਦੀ ਸੀ, ਬਹੁਤ ਪਹਿਲਾਂ ਇਹ ਕੰਮ ਕਰ ਦੇਣੇ ਚਾਹੀਦੇ ਸੀ। ਇਹ ਲਗਭਗ ਆਪਾਂ ਜਦੋਂ ਇਹ ਬਜਟ ਪੰਜਾਬ ਦਾ ਪਾਸ ਹੋ ਰਿਹਾ ਸੀਗਾ, ਉਦੋਂ ਇਹ ਚੀਜ਼ਾਂ ਪਾਸ ਹੋ ਚੁੱਕੀਆਂ ਸੀਗੀਆਂ, ਪਰ ਅਜੇ ਤੱਕ ਇਹਨਾਂ ਨੂੰ ਠੰਡੇ ਬਸਤੇ ਚ ਪਾਇਆ ਗਿਆ ਸੀਗਾ, ਹਜੇ ਤੱਕ ਇਹ ਚੀਜ਼ਾਂ ਕੱਢੀਆਂ ਨਹੀਂ ਸੀ ਗਈਆਂ। ਪਰ ਉਹਨਾਂ ਦੀ ਝਾੜ ਤੋਂ ਬਾਅਦ, ਹਾਈ ਕਮਾਂਡ ਦੀ ਝਾੜ ਤੋਂ ਬਾਅਦ, ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਏਦਾਂ ਕਰਨ ਦੇ ਨਾਲ ਮੇਰਾ ਅਕਸ ਵੀ ਬਚ ਜਾਏਗਾ, ਔਰ ਮੇਰੀ ਬਾਈ ਦੀ ਜਿਹੜੀ ਕੁਰਸੀ ਹੈ, ਔਰ ਜਿਹਦੇ ਕਰਕੇ ਇਹ ਸਾਰੀ ਲੜਾਈ ਝਗੜਾ ਚੱਲ ਰਿਹਾ ਹੈ, ਉਹਦੇ ਵਿੱਚ ਵੀ ਮੇਰੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਸੋ ਏਦਾਂ ਮਤਲਬ ਇਸ ਗੱਲ ਨੂੰ ਸੋਚ ਕੇ ਉਹਨਾਂ ਨੂੰ ਲੱਗਦਾ ਹੈ ਕਿ ਏਦਾਂ ਦੀ ਹਰਕਤ ਜਿਹੜੀ ਕਰਨ ਦੇ ਨਾਲ ਮੇਰਾ ਅਕਸ ਜਿਹੜਾ ਹੈਗਾ, ਵਿਗੜਿਆ ਅਕਸ ਹੈ, ਉਹ ਸੁਧਰ ਜਾਏਗਾ। ਇਸ ਤੋਂ ਵੀ ਇਲਾਵਾ ਜੇ ਆਪਾਂ ਦੂਜੀ ਗੱਲ ਕਰੀਏ ਤਾਂ ਪਹਿਲਾਂ ਜਿਹੜੇ ਉਹਨਾਂ ਨੇ ਸਿਸਮਾ ਫਾਰਮ ਦੇ ਜਿਹੜੇ ਦਰਵਾਜ਼ੇ ਬੰਦ ਕੀਤੇ ਹੋਏ ਸੀਗੇ ਆਮ ਲੋਕਾਂ ਦੇ ਲਈ, ਵਿਧਾਇਕਾਂ ਦੇ ਲਈ, ਮਿਨਿਸਟਰਾਂ ਦੇ ਲਈ, ਉਹ ਵੀ ਲਗਾਤਾਰ ਆਪਾਂ ਨੂੰ ਪਤਾ ਹੈ ਖੁੱਲਦੇ ਨਜ਼ਰ ਆ ਰਹੇ ਨੇ। ਔਰ ਇਹ ਸਿਰਫ ਖੁੱਲੇ ਹੀ ਨਹੀਂ, ਸਗੋਂ ਬਾਕੀ ਵੀ ਜਿਹੜੇ ਉਹਨਾਂ ਦੇ ਟਿਕਾਣੇ ਨੇ, ਚਾਹੇ ਉਹ ਸਰਕਾਰੀ ਰਿਹਾਇਸ਼ ਹੈ ਚੰਡੀਗੜ੍ਹ ਦੀ, ਚਾਹੇ ਹੋਰ ਬਾਕੀ ਟਿਕਾਣੇ ਨੇ, ਉਹ ਵੀ ਉਹਨਾਂ ਨੇ ਲੋਕਾਂ ਦੇ ਲਈ ਜਾਂ ਆਪਣੇ ਵਿਧਾਇਕਾਂ ਦੇ ਲਈ ਜਾਂ ਮਿਨਿਸਟਰਾਂ ਦੇ ਲਈ ਖੋਲ ਦਿੱਤੇ ਨੇ। ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ। ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀ ਹਰਕਤ ਉਹ ਆਪਣੀ ਕੁਰਸੀ ਬਚਾਉਣ ਦੇ ਲਈ ਕਰ ਰਹੇ ਨੇ, ਨਾ ਕਿ ਉਹਨਾਂ ਨੂੰ ਪੰਜਾਬ ਦੇ ਲਈ ਕੋਈ ਹੇਜ ਜਾਗ ਗਿਆ ਜਾਂ ਪੰਜਾਬ ਦੇ ਲਈ ਕੋਈ, ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਇੱਕਦਮ ਹਮਦਰਦੀ ਜਿਹੜੀ ਹੈਗੀ ਆ ਸ਼ੁਰੂ ਹੋ ਗਈ। ਇਹ ਨਹੀਂ ਹੈ।
ਇਹਦੇ ਵਿੱਚ ਉਹਨਾਂ ਦੀ ਜਿਹੜੀ ਆਪਣੀ ਪੋਲਿਟਿਕਸ ਹੈ ਉਹ ਇਹੀ ਹੈ ਕਿ ਮੇਰੀ ਕੁਰਸੀ ਕਿਵੇਂ ਬਚ ਸਕੇ। ਚਾਹੇ ਉਹਨਾਂ ਨੂੰ ਕਿਉਂਕਿ ਲੱਗ ਰਿਹਾ ਸੀਗਾ ਕਿ ਹੋ ਸਕਦਾ ਕਿ 22 ਤੋਂ ਪਹਿਲਾਂ ਹੀ ਜਿਵੇਂ ਨਵਜੋਤ ਸਿੱਧੂ ਜੀ ਉਹਨਾਂ ਦੇ ਉੱਤੇ ਵਾਰ ਕਰ ਰਹੇ ਸੀ, ਉਹਨਾਂ ਦੇ ਉੱਤੇ ਵੱਖ-ਵੱਖ ਮੁੱਦੇ ਉਠਾ ਰਹੇ ਸੀਗੇ ਉਹਨਾਂ ਦੇ ਬਾਰੇ, ਔਰ ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਸਵਾਲ ਉਠਾਏ ਜਾ ਰਹੇ ਸੀਗੇ। ਸੋ ਉੱਥੋਂ ਵੀ ਉਹਨੂੰ ਲੱਗਦਾ ਸੀਗਾ ਕਿ ਸ਼ਾਇਦ 22 ਤੋਂ ਪਹਿਲਾਂ ਹੀ ਨਾ ਮੇਰੀ ਕੁਰਸੀ ਚਲੀ ਜਾਏ। ਸੋ ਆਪਣੀ ਕੁਰਸੀ ਬਚਾਉਣ ਦੇ ਲਈ ਇਹ ਥੋੜੀਆਂ ਬਹੁਤੀਆਂ ਜਿਹੜੀਆਂ ਨੇ ਹਰਕਤਾਂ ਕੈਪਟਨ ਸਾਹਿਬ ਕਰ ਰਹੇ ਨੇ। ਪਰ ਮੈਂ ਫੇਰ ਕਹਿਣਾ ਚਾਹੁੰਦਾ ਕਿ ਬਹੁਤ ਦੇਰ ਹੋ ਚੁੱਕੀ ਹੈ, ਕਿਉਂਕਿ ਹੁਣ ਸਮਾਂ ਬਹੁਤ ਥੋੜਾ ਸਾਫ਼ ਪਤਾ ਲੱਗ ਰਿਹਾ ਕਿ ਨਾਟਕ ਹੈ, ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 2 ਸਾਲ ਪਹਿਲਾਂ ਵੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਫਿਰ ਪਿਛਲੇ ਬਜਟ ਦੇ ਵਿੱਚ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਪਰ ਅਮਲ ਦੇ ਵਿੱਚ ਨਹੀਂ ਸੀ ਲਿਆਂਦਾ ਜਾ ਰਿਹਾ। ਪਰ ਹੁਣ ਜਿਹੜਾ ਇੱਕਦਮ ਹਾਈ ਕਮਾਂਡ ਦੇ ਕਹੇ ਤੋਂ, ਯਾਨੀ ਆਪਣੀ ਕੁਰਸੀ ਤੇ ਜਦੋਂ ਗੱਲ ਆਈ ਹੈ, ਆਪਣੇ ਤੇ ਜਦੋਂ ਗੱਲ ਆਈ ਹੈ, ਉਦੋਂ ਲੋਕਾਂ ਦੇ ਹੱਕ ਚੇਤੇ ਆ ਗਏ, ਉਦੋਂ ਲੋਕ ਚੇਤੇ ਆ ਗਏ, ਤੇ ਜਦੋਂ ਲੋਕ ਮੰਗ ਰਹੇ ਸੀ ਉਦੋਂ ਤੁਸੀਂ ਧਿਆਨ ਨਹੀਂ ਸੀ ਦੇ ਰਹੇ। ਬਿਲਕੁਲ ਇਹੀ ਮੈਂ ਗੱਲ ਕਹਿ ਰਿਹਾ ਵੀ ਜਦੋਂ ਲੋਕ ਸੜਕਾਂ ਦੇ ਉੱਤੇ ਸੀ, ਜਦੋਂ ਲੋਕ ਇਹਨਾਂ ਦੇ ਮਹਿਲ ਘੇਰ ਰਹੇ ਸੀਗੇ, ਇਹਨਾਂ ਦੀਆਂ ਕੋਠੀਆਂ ਘੇਰ ਰਹੇ ਸੀ, ਤਾਂ ਉਹਨਾਂ ਨੂੰ ਕੁੱਟ ਕਟਾਪਾ ਕੀਤਾ ਜਾਂਦਾ ਸੀ। ਆਪਾਂ ਨੂੰ ਪਤਾ ਹੈ ਕਿ ਪੂਰੀ ਦੀ ਪੂਰੀ ਇੱਕ ਲਿਸਟ ਹੈ, ਲਗਾਤਾਰ, ਚਾਹੇ ਅਧਿਆਪਕ ਹੋਣ, ਚਾਹੇ ਮੁਲਾਜ਼ਮ ਹੋਣ, ਚਾਹੇ ਕਿਸਾਨ ਹੋਣ, ਚਾਹੇ ਕਰਮਚਾਰੀ ਹੋਣ, ਉਹਨਾਂ ਦੇ ਉੱਤੇ ਲਗਾਤਾਰ ਜਿਹੜੀ ਹੈਗੀ ਹੈ ਕੁੱਟ ਕਟਾਪਾ ਚੱਲਦਾ ਰਿਹਾ। ਸੋ ਉਦੋਂ ਕਦੇ ਵੀ ਕੈਪਟਨ ਸਾਹਿਬ ਦੇ ਕੰਨ ਤੇ ਜੂੰ ਨਹੀਂ ਸੀ ਸਰਕੀ, ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ 80 ਵਿਧਾਇਕ ਨੇ, ਔਰ 80 ਵਿਧਾਇਕ ਪਹਿਲੀ ਵਾਰੀ ਪੰਜਾਬ ਦੀ ਕਾਂਗਰਸ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀਗਾ। ਪਰ ਇਹਨਾਂ ਨੂੰ ਹੁਣ ਉਹ ਜਿਹੜਾ ਹੰਕਾਰ ਸੀਗਾ ਉਹ ਲਗਾਤਾਰ 4.5 ਸਾਲ ਬੋਲਦਾ ਰਿਹਾ। ਪਰ ਹੁਣ ਜਦੋਂ ਉੱਤੋਂ ਝਾੜ ਪਈ ਹੈ ਔਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਮਸਲੇ ਉਠਾਏ ਨੇ, ਤਾਂ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਏਦਾਂ ਥੋੜੀ ਬਹੁਤ ਹਰਕਤਾਂ ਜਿਹੀਆਂ ਕਰਕੇ ਅਸੀਂ ਜਿਹੜਾ ਹੈਗਾ ਦੁਬਾਰਾ ਲੋਕਾਂ ਦਾ ਦਿਲ ਜਿੱਤ ਲਾਂਗੇ। ਪਰ ਮੈਂ ਫੇਰ ਕਹਾਂਗਾ ਕਿ ਹੁਣ ਨਹੀਂ ਦਿਲ ਜਿੱਤਿਆ ਜਾਏਗਾ। ਹੁਣ ਸਭ ਸਾਫ਼ ਜਿਹੜੀ ਪੋਲਿਟਿਕਸ ਹੈ ਉਹ ਸਾਹਮਣੇ ਆ ਰਹੀ ਹੈ, ਔਰ ਜਿੰਨੀ ਮਰਜ਼ੀ ਉਹ ਇਸ ਤਰ੍ਹਾਂ ਦੀ ਪੋਲਿਟਿਕਸ ਕਰ ਲੈਣ, ਚਾਹੇ ਸਮਾਰਟਫੋਨ ਦੇਣ ਲੋਕਾਂ ਨੂੰ, ਚਾਹੇ ਉਹਨਾਂ ਦੇ ਕਰਜ਼ਾ ਮਾਫੀ ਦਾ ਨਾਟਕ ਕਰਨ, ਜਾਂ ਹੋਰ ਕੁਝ ਵੀ ਇਦਾਂ ਦੀਆਂ ਹਰਕਤਾਂ ਕਰਨਗੇ, ਪਰ ਲੋਕਾਂ ਦਾ ਜਿਹੜਾ ਇਸ ਵੇਲੇ ਰੁਝਾਨ ਹੈ ਉਹ ਕੈਪਟਨ ਸਾਹਿਬ ਵੱਲ ਨਹੀਂ ਜਾਏਗਾ। ਕੈਪਟਨ ਸਾਹਿਬ ਨੂੰ 22 ਦੇ ਵਿੱਚ ਉਮੀਦ ਇਹੀ ਲੋਕ ਇਸ ਵੇਲੇ ਕਰ ਰਹੇ ਨੇ, ਪੰਜਾਬ ਦੇ ਲੋਕ, ਕਿ 22 ਦੇ ਵਿੱਚ ਨਵੇਂ ਚਿਹਰੇ ਜਾਂ ਨਵੇਂ ਜਿਹੜੀ ਹੈਗੀ ਆ ਸਿਆਸਤ, ਉਹਦੇ ਉੱਤੇ ਲੋਕਾਂ ਨੂੰ ਭਰੋਸਾ ਹੋ ਸਕਦਾ ਹੈ। ਪੁਰਾਣੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੂਟਨੀਤੀਆਂ ਨੇ ਉਹ ਹੁਣ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਇਸ ਵੇਲੇ ਸਮਝ ਰਹੇ ਨੇ, ਔਰ ਇਸੇ ਕਰਕੇ ਤੁਸੀਂ ਦੇਖੋਗੇ ਕਿ ਚਾਹੇ ਉਹ ਬੀਜੇਪੀ ਹੋਵੇ ਪੰਜਾਬ ਦੇ ਵਿੱਚ, ਚਾਹੇ ਕਾਂਗਰਸ ਹੋਣ, ਚਾਹੇ ਅਕਾਲੀ ਦਲ ਹੋਵੇ, ਲਗਾਤਾਰ ਜਦੋਂ ਉਹ ਪਿੰਡਾਂ 'ਚ ਜਾ ਰਹੇ ਨੇ, ਲਗਾਤਾਰ ਇਹਨਾਂ ਮੰਤਰੀਆਂ ਦੇ ਵਿਰੋਧ ਤੁਸੀਂ ਕੱਲ ਵੀ ਦੇਖਿਆ ਹੋਏਗਾ, ਔਰ ਪਿਛਲੇ ਲੰਮੇ ਸਮੇਂ ਤੋਂ ਇਹ ਵਿਰੋਧ ਜਿਹੜਾ ਹੈਗਾ ਜਾਰੀ ਹੋ ਚੁੱਕਿਆ। ਸੋ ਇਸ ਕਰਕੇ ਤੁਹਾਡੇ ਕਹਿੰਦਾ ਭਾਵ ਜੀ ਕੈਪਟਨ ਪਰ ਲੱਖ ਸੋਨੇ ਦੇ ਬਣ ਜਾਣ, ਪਰ ਲੋਕ ਜਿਹੜੇ ਆ ਵਿਸ਼ਵਾਸ ਨਹੀਂ ਕਰਨਗੇ ਉਹਨਾਂ ਤੇ, ਕਿਉਂਕਿ ਹੁਣ ਸੁਖਵਿੰਦਰ ਜੀ ਉਹਦਾ ਵੱਡਾ ਕਾਰਨ ਇਹ ਕਹਿ ਰਿਹਾ ਕਿ ਉਹ ਹੁਣ ਸਮਾਂ ਨਿਕਲ ਚੁੱਕਿਆ, ਸਮਾਂ ਨਿਕਲ ਚੁੱਕਿਆ। ਤੇ ਜੇ ਇਹੀ ਗੱਲ ਉਹ ਲਗਭਗ 4 ਸਾਲ ਪਹਿਲਾਂ ਸ਼ੁਰੂ ਕਰਦੇ ਤਾਂ ਲੋਕਾਂ ਨੇ ਬਿਲਕੁਲ ਖੁਸ਼ ਹੋਣਾ ਸੀ। ਸਾਫ਼ ਹੈ ਕਿ ਉਹ ਲੋਕਾਂ ਲਈ ਨਹੀਂ, ਹੁਣ ਤਾਂ ਆਪਣੇ ਲਈ ਕਰ ਰਿਹਾ ਜੋ ਕਰ ਰਿਹਾ। ਜੀ ਹੁਣ ਆਪਣੀ ਕੁਰਸੀ ਹੈ, ਉਹਨਾਂ ਦੀ ਆਪਣੀ ਕੁਰਸੀ ਦਾਅ ਤੇ ਲੱਗੀ ਹੋਈ ਹੈ, ਔਰ ਉਸ ਕਰਕੇ ਉਹ ਉਸ ਦਾਅ ਨੂੰ ਬਚਾਉਣ ਦੇ ਲਈ ਇੱਕ ਨਵਾਂ ਦਾਅ ਜਿਹੜਾ ਹੈਗਾ ਉਹ ਖੇਡ ਰਹੇ ਨੇ, ਔਰ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਤੁਹਾਡਾ ਬੰਦਾ, ਮੈਂ ਤੁਹਾਡਾ ਮੁੱਖ ਮੰਤਰੀ ਹਾਂ, ਔਰ ਤੁਸੀਂ ਚਿੰਤਾ ਨਾ ਕਰੋ ਮੇਰੇ ਰਾਜ ਦੇ ਵਿੱਚ। ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਉਹ ਫੋਨਾਂ ਤੇ ਬੈਠ ਕੇ ਕਰਦੇ ਨੇ ਔਰ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਦੇਖੋ ਜੀ ਮੈਂ ਕਿੰਨਾ ਖਿਆਲ ਰੱਖ ਲਿਆ ਤੁਹਾਡਾ, ਜਦੋਂ ਕਿ ਇਹਦਾ ਦੂਜੀ ਤਸਵੀਰ ਜਿਹੜੀ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਲੋਕ ਤਰਾਹ ਕਰ ਰਹੇ ਨੇ। ਪੰਜਾਬ ਦੇ ਲੋਕਾਂ ਨੇ ਕਦੇ ਵੀ ਆਪਣੇ 70 ਸਾਲਾਂ ਦੀ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਕਦੇ ਵੀ ਇਦਾਂ ਦਾ ਮੁੱਖ ਮੰਤਰੀ ਨਹੀਂ ਸੀ ਵੇਖਿਆ ਜਿਹੜਾ ਉਹਨਾਂ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਾਂ ਉਹਨਾਂ ਦੇ ਇਲਾਕਿਆਂ ਦੇ ਵਿੱਚ ਆਇਆ ਹੀ ਨਾ ਹੋਵੇ। ਸੋ ਇਸ ਕਰਕੇ ਪੰਜਾਬ ਦੇ ਲੋਕ ਪਛਤਾ ਰਹੇ ਨੇ, ਪੰਜਾਬ ਦੇ ਲੋਕ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਕਿ ਕਿੱਧਰ ਗਏ ਉਹ ਵਾਅਦੇ, ਕਿੱਧਰ ਗਏ ਉਹ ਵੱਡੇ ਵੱਡੇ ਨੌਕਰੀਆਂ ਦੇਣ ਦੇ ਵਾਅਦੇ, ਔਰ ਕਿੱਧਰ ਗਏ ਕਿਸਾਨਾਂ ਦੀ ਕਰਜ਼ਾ ਮਾਫੀ ਦੇ ਵਾਅਦੇ, ਕਿੱਧਰ ਗਏ ਬੁਢਾਪਾ ਪੈਨਸ਼ਨ 2500 ਕਰਨ ਦੇ ਵਾਅਦੇ, ਕਿੱਧਰ ਗਏ ਨਸ਼ਿਆਂ ਦੇ ਲੱਕ ਤੋੜਨ ਦੇ ਵਾਅਦੇ, ਕਿੱਧਰ ਗਏ ਬਰਗਾੜੀ ਕਾਂਡ ਦੇ ਵਾਅਦੇ। ਸੋ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਜਿਹੜੇ ਸੈਂਕੜੇ ਵਾਅਦੇ ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕੀਤੇ ਸੀਗੇ ਕੈਪਟਨ ਸਾਹਿਬ ਦੇ, ਉਹ ਵਾਅਦੇ ਕਿਤੇ ਲੋਕਾਂ ਨੂੰ ਨਜ਼ਰ ਨਹੀਂ ਆ ਰਹੇ, ਔਰ ਉਹਦਾ ਨਤੀਜਾ ਹੈ ਕਿ ਕੈਪਟਨ ਸਾਹਿਬ ਜਿਵੇਂ ਕੈਪਟਨ ਸਾਹਿਬ ਨੇ ਲੋਕਾਂ ਨੂੰ ਦੂਰ ਕਰਤਾ ਤਾਂ ਲੋਕਾਂ ਨੇ ਵੀ ਕੈਪਟਨ ਸਾਹਿਬ ਨੂੰ ਦੂਰ ਕੀਤਾ ਹੋਇਆ। ਸੋ ਇਸ ਕਰਕੇ ਇਹਦਾ ਜਿਹੜਾ ਇਹ ਤਾਂ ਇੱਕ ਆਦਾਨ ਪ੍ਰਦਾਨ ਹੈ, ਲੋਕਤੰਤਰ ਹੈ, ਇਹ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦੇ ਵਿੱਚ ਜਿੰਨਾ ਤੁਸੀਂ ਲੋਕਾਂ ਦੇ ਵਿੱਚ ਰਹੋਗੇ, ਵਿੱਚ ਵਿਚਰੋਗੇ, ਉਨੇ ਹੀ ਲੋਕ ਤੁਹਾਨੂੰ ਪਸੰਦ ਕਰਨ, ਕਿਉਂਕਿ ਇਹਦਾ ਨਾ ਹੀ ਲੋਕਤੰਤਰ ਹੈ।
ਲੋਕਤੰਤਰ ਦਾ ਮਤਲਬ ਇਹੀ ਆ ਕਿ ਤੁਹਾਨੂੰ ਲੋਕਾਂ ਦੇ ਵਿੱਚ ਜਾਣਾ ਪਏਗਾ। ਜੇ ਤੁਸੀਂ ਕਹੋਗੇ ਕਿ ਲੋਕਾਂ ਤੋਂ ਬਿਨਾਂ ਤੁਸੀਂ ਅਫਸਰਸ਼ਾਹੀ ਦੇ ਉੱਤੇ ਛੱਡ ਕੇ ਸਾਰਾ ਕੰਮ ਅਫਸਰਸ਼ਾਹੀ ਕਰੇਗੀ, ਸੋ ਉੱਥੇ ਉਹ ਇਸ ਵੇਲੇ ਜਿਹੜਾ ਹੈਗਾ ਤੁਸੀਂ 21ਵੀਂ ਸਦੀ ਦੇ ਪੰਜਾਬ ਨੂੰ ਏਦਾਂ ਖਾਸ ਤੌਰ ਤੇ ਜਿਹੜਾ 2021 ਹੈ, ਇਸ ਪੰਜਾਬ ਨੂੰ ਸਮਝਣ ਦੇ ਲਈ ਤੁਹਾਨੂੰ ਲੋਕਾਂ ਦੇ ਵਿੱਚ ਵਿਚਰਨਾ ਪਏਗਾ, ਲੋਕਾਂ ਦੇ ਮੁੱਦੇ ਹੱਲ ਕਰਨੇ ਪੈਣਗੇ। ਔਰ ਇੱਕ ਵੱਡੀ ਗੱਲ ਇਹ ਇੱਕ ਮੈਂ ਹੋਰ ਬਹੁਤ ਇੰਪੋਰਟੈਂਟ ਕਹਿਣੀ ਚਾਹੁੰਦਾ ਕਿ ਜਿਸ ਕਿਸਮ ਦੇ ਨਾਲ ਪੰਜਾਬ ਦੇ ਸੰਕਟ ਨੂੰ ਇਹ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਮਾਰਟਫੋਨ ਦੇ ਦਿਓ ਜਾਂ ਇਦਾਂ ਦਾ ਕਰਜ਼ੇ ਜਿਹੜੀ ਹੈਗੇ ਛੋਟੇ ਮੋਟੇ ਕਰਜ਼ੇ ਮਾਫ ਕਰ ਦਿਓ, ਇਹਦੇ ਨਾਲ ਪੰਜਾਬ ਦਾ ਸੰਕਟ ਵੱਡਾ ਹੱਲ ਨਹੀਂ ਹੋਏਗਾ। ਇਹਦੇ ਨਾਲ ਤੁਹਾਨੂੰ ਪਲੈਨਿੰਗ ਬਣਾਉਣੀ ਪਏਗੀ, ਰੋਡ ਮੈਪ ਤਿਆਰ ਕਰਨਾ ਪਏਗਾ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਪੰਜਾਬ ਦੀਆਂ, ਉਹਨਾਂ ਨੂੰ ਲੱਭਣਾ ਪਏਗਾ ਔਰ ਉਹਨਾਂ ਦਾ ਡਾਇਗਨੋਸ ਕਰਨਾ ਪਏਗਾ, ਬਕਾਇਦਾ ਪਲੈਨਿੰਗ ਦੇ ਨਾਲ ਬਕਾਇਦਾ ਰੋਡ ਮੈਪ ਤਿਆਰ ਕਰਨਾ ਪਏਗਾ। ਔਰ ਖਾਸ ਤੌਰ ਤੇ ਕਿਉਂਕਿ ਕਿਸਾਨੀ ਦਾ ਮੁਲਕ ਹੈ, ਕਿਸਾਨੀ ਦਾ ਇਹ ਸਟੇਟ ਹੈ, ਇਸ ਕਰਕੇ ਕਿਸਾਨੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰੀ ਜਿਹੜੀ ਹੈਗੀ ਪਲੈਨਿੰਗ ਤਿਆਰ ਕਰਨੀ ਪਏਗੀ, ਉਹਦੇ ਮੁਤਾਬਕ ਚੱਲਣਾ ਪਏਗਾ, ਤਾਂ ਕਿਤੇ ਜਾ ਕੇ ਪੰਜਾਬ ਦਾ ਸੰਕਟ ਹੱਲ ਹੋ ਸਕਦਾ ਹੈ। ਜੇ ਇਹ ਜਿਹੜੇ ਮਾੜੀਆਂ ਮੋਟੀਆਂ ਜਿਵੇਂ ਦਵਾਈਆਂ ਜਾਂ ਦੇ ਕੇ ਕਿਸੇ ਨੂੰ ਸਮਾਰਟਫੋਨ ਦੇਤਾ, ਕਿਸੇ ਨੂੰ ਚਾਹ ਪੱਤੀ ਦਾ ਲਾਰਾ ਲਾਤਾ, ਯਾਨੀ ਹੁਣ ਉਹ ਲੋਕ ਗੱਲਾਂ ਦੇ ਵਿੱਚ, ਉਹ ਝੂਠੇ ਲਾਰਿਆਂ ਦੇ ਵਿੱਚ ਜਾਂ ਫਿਰ ਉਹ ਫੋਕੇ ਦਾਅਵਿਆਂ ਦੇ ਵਿੱਚ ਨਹੀਂ ਹੁਣ ਨਹੀਂ ਆਉਣਗੇ। ਹੁਣ ਇਸ ਵੇਲੇ ਪੰਜਾਬ ਦੇ ਲੋਕ ਇਹਨਾਂ ਬਹੁਤ ਦੇਖ ਲਿਆ, ਉਹਨਾਂ ਨੇ ਬਹੁਤ ਲਾਰੇ ਲੱਪੇ ਜਿਹੜੇ ਨੇ ਉਹ ਦੇਖ ਚੁੱਕੇ ਨੇ ਪੰਜਾਬ ਦੇ ਲੋਕ। ਜੀ ਸੁਖਵਿੰਦਰ ਜੀ, ਜੇਕਰ ਅਗਲੀ ਖਬਰ ਦੀ ਆਪਾਂ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਤਾਂ ਜਿੱਥੇ ਵਧੀਆਂ ਹੋਈਆਂ ਹੀ ਨੇ, ਤੇ ਉੱਥੇ ਪੰਜਾਬ ਕਾਂਗਰਸ ਦਾ ਜਿਹੜਾ ਹੋਰ ਵੀ ਆਪਸੀ ਕਾਟੋ ਕਲੇਸ਼ ਆ ਉਹ ਵੀ ਘਟਣ ਦਾ ਨਾਮ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਪਾਸਾ ਪੁੱਠਾ ਪੈ ਗਿਆ ਸੀ, ਜਿਹੜਾ ਉਹਨਾਂ ਨੇ ਖੇਡਿਆ ਸੀ ਨੌਕਰੀਆਂ ਵਾਲਾ, ਤੇ ਨੌਕਰੀਆਂ ਵਾਪਸ ਲੈਣੀਆਂ ਪੈ ਗਈਆਂ। ਕੱਲ ਬੜੇ ਔਖੇ ਹੋ ਕੇ ਉਹਨਾਂ ਨੇ ਫਤਿਹ ਜੰਗ ਬਾਜਵਾ ਅਤੇ ਉਹਨਾਂ ਦੇ ਬੇਟਿਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਗਈ ਕਿ ਅਸੀਂ ਨੌਕਰੀ ਲੈਣੀ ਨਹੀਂ। ਬੇਸ਼ੱਕ ਉਹ ਕਹਿ ਰਹੇ ਹੁਣ ਇਸ ਦਾ ਤਿਆਗ ਕਰਕੇ ਇੱਕ ਤਾਂ ਮਿਸਾਲ ਪੈਦਾ ਕਰਤੀ, ਪਰ ਸਾਫ਼ ਲੱਗ ਰਿਹਾ ਸੀ ਵੀ ਉਹ ਸਾਰੇ ਜਣੇ ਕਿਸ ਤਰੀਕੇ ਦੇ ਨਾਲ ਦੁਖੀ ਨੇ, ਕਿਸ ਤਰੀਕੇ ਨਾਲ ਲਾਟ ਮਾਰ ਰਹੇ ਨੇ ਕਿ ਸਾਨੂੰ ਜਿਹੜਾ ਨੌਕਰੀ ਕਿਉਂ ਵਾਪਸ ਦੇਣੀ ਪੈ ਰਹੀ ਹੈ, ਕਿਸ ਤਰੀਕੇ ਨਾਲ ਭੜਕ ਰਹੇ ਨੇ। ਇੱਕ ਤਰੀਕੇ ਨਾਲ ਭੜਕ ਰਹੇ ਸੀ, ਦੂਜੇ ਪਾਸੇ ਇਹ ਵੀ ਸ਼ੋਅ ਕਰ ਰਹੇ ਸੀਗੇ ਕਿ ਅਸੀਂ ਤਾਂ ਜੀ ਤਿਆਗ ਦਿੱਤੀ ਨੌਕਰੀ, ਅਸੀਂ ਤਾਂ ਬਲੀਦਾਨ ਦੇਣ ਵਾਲੇ, ਅਸੀਂ ਤਾਂ ਨੌਕਰੀਆਂ ਦੇਣ ਵਾਲੇ, ਅਸੀਂ ਨਹੀਂ ਲੈਣੀ ਨੌਕਰੀ, ਅਸੀਂ ਤਾਂ ਪਹਿਲਾਂ ਹੀ ਮਨਾ ਕਰਤਾ ਸੀ। ਪਰ ਲੋਕ ਜਿਹੜੇ ਦੇਖਣ ਵਾਲੇ ਉਹਨਾਂ ਦੀ ਬੋਡੀ ਲੈਂਗੁਏਜ ਤੋਂ, ਉਹਨਾਂ ਦੀ ਜ਼ੁਬਾਨ ਤੋਂ ਸਭ ਸਮਝ ਰਹੇ ਸੀ ਕਿ ਆਖਿਰ ਅਸਲ ਮਸਲਾ ਹੈ ਕਿ ਅਸਲ ਦੇ ਵਿੱਚ ਉਹਨੂੰ ਦੁੱਖ ਹੈ ਜਾਂ ਨਹੀਂ, ਇਹ ਵਾਕਈ ਨੌਕਰੀ ਵਾਪਸ ਕਰਨਾ ਚਾਹੁੰਦੇ ਸੀ ਜਾਂ ਨਹੀਂ। ਹੁਣ ਉਹਨਾਂ ਨੇ ਦੁਖੀ ਹੋ ਕੇ ਇੱਥੋਂ ਤੱਕ ਆਪਣੇ ਪ੍ਰਧਾਨ ਨੂੰ ਵੀ ਨਿਸ਼ਾਨੇ ਤੇ ਲੈ ਲਿਆ। ਕਹਿੰਦੇ ਸੁਨੀਲ ਜਾਖੜ ਜਿਹੜੇ ਆ, ਉਹਨਾਂ ਦੇ ਵੱਲੋਂ ਵੀ ਜਿਹੜਾ ਭਤੀਜਾ ਤੇਜਵੀਰ ਕਹਿੰਦੇ ਉਹਨਾਂ ਦਾ, ਉਹਨੂੰ ਵੀ ਅਜੇ ਵੀਰ, ਉਹਨੂੰ ਵੀ ਹਟਾਇਆ ਜਾਵੇ, ਕਹਿੰਦੇ ਜਿਹੜਾ ਉਹਨੂੰ ਅਹੁਦਾ ਦਿੱਤਾ ਹੋਇਆ ਸਰਕਾਰੀ। ਉਧਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨੂੰ ਹਟਾਉਣ, ਉਧਰੋਂ ਸੁਖਵਿੰਦਰ ਸੁੱਖ ਸਰਕਾਰੀ ਆਪਦੇ ਬੇਟੇ ਨੂੰ ਹਟਾਉਣ। ਤਾਂ ਹੁਣ ਜਾਖੜ ਵੀ ਗਰਮ ਹੋ ਗਏ ਨੇ, ਜਾਖੜ ਦੇ ਵੱਲੋਂ ਵੀ ਨਿਸ਼ਾਨੇ ਸਾਧੇ ਗਏ ਨੇ ਇਹਨਾਂ ਦੇ ਉੱਪਰ। ਕਿਵੇਂ ਦੇਖਦੇ ਹੋ ਸੁਖਵਿੰਦਰ ਜੀ? ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਦੋਂ ਕੈਪਟਨ ਸਾਹਿਬ, ਮੈਨੂੰ ਲੱਗਦਾ ਕਿ ਫਤਿਹ ਜੰਗ ਹੋਰਾਂ ਦੇ ਨਾਲੋਂ ਕੈਪਟਨ ਸਾਹਿਬ ਦਾ ਕਸੂਰ ਇਹਦੇ 'ਚ ਜ਼ਿਆਦਾ ਹੈ, ਕਿਉਂਕਿ ਉਹ ਇਹ ਬਾਰ-ਬਾਰ ਕੱਲ ਆਪਣੀ ਪ੍ਰੈਸ ਕਾਨਫਰੰਸ ਕਹਿ ਰਹੇ ਸੀ ਕਿ ਸਾਨੂੰ ਤਾਂ ਕੈਪਟਨ ਸਾਹਿਬ ਨੇ ਆਫਰ ਕੀਤਾ ਹੈ, ਸਾਨੂੰ ਤਾਂ ਕੈਪਟਨ ਸਾਹਿਬ ਨੇ ਨੌਕਰੀਆਂ ਦਿੱਤੀਆਂ ਨੇ। ਮੈਂ ਇਹੀ ਗੱਲ ਜਿਹੜੀ ਹੈਗੀ ਆ, ਕੈਪਟਨ ਸਾਹਿਬ ਦੀ ਜਿਹੜੀ ਵੱਡੀ ਗਲਤੀ ਇੱਥੇ ਇਹ ਹੈ ਕਿ ਇੱਕ ਪਾਸੇ ਤਾਂ ਉਹ ਘਰ ਨੌਕਰੀ ਦੇਣ ਦਾ ਲੋਕਾਂ ਨੂੰ ਵਾਅਦੇ ਕੀਤੇ ਹੋਏ ਸੀਗੇ, ਔਰ ਦੂਜੇ ਪਾਸੇ ਹੁਣ ਤੱਕ ਜਿਹੜੀਆਂ ਵੱਡੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਉਹ ਕਿਹਨਾਂ ਨੂੰ ਦਿੱਤੀਆਂ ਗਈਆਂ ਨੇ? ਜਾਂ ਤਾਂ ਉਹ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਦੇ, ਉਹਨਾਂ ਦੇ ਪੋਤੇ ਨੂੰ ਦਿੱਤੀਆਂ ਗਈਆਂ, ਜਾਂ ਫਿਰ ਇਹ ਬਾਜਵਾ ਸਾਹਿਬ ਉਹਨਾਂ ਦੇ ਪਰਿਵਾਰ ਨੂੰ, ਜਾਂ ਫਿਰ ਜਿਹੜੇ ਦੂਜੇ ਪਾਂਡੇ ਸਾਹਿਬ ਦੇ ਪਰਿਵਾਰ ਨੂੰ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਬਾਕੀ ਲੋਕ ਕਿੱਥੇ ਨੇ ਜਿਹੜੇ ਮੈਡਲਾਂ ਦੇ ਮੈਡਲ ਚੱਕੀ ਬੈਠੇ ਨੇ, ਜਿਹੜੇ ਮੈਰਿਟਾਂ ਦੇ ਥੱਬੇ ਜਿਹੜੇ ਨੇ ਸਰਟੀਫਿਕੇਟ ਚੱਕੀ ਬੈਠੇ ਨੇ, ਜਿਹੜੇ ਕਿ ਚਾਹੁੰਦੇ ਨੇ ਕਿ ਭਾਈ ਸਾਨੂੰ ਤਰਸ ਦੇ ਆਧਾਰ ਤੇ ਨਹੀਂ, ਸਾਨੂੰ ਤਾਂ ਮੈਰਿਟ ਦੇ ਆਧਾਰ ਤੇ ਨੌਕਰੀ ਦੇ ਦਿਓ। ਉਹ ਵਿਚਾਰੇ ਜਿਹੜੇ ਨੇ ਅੱਜ ਰੋ ਰਹੇ ਨੇ, ਸੜਕਾਂ ਤੇ ਰੁੜ ਰਹੇ ਨੇ, ਕੁੱਟ ਕਟਾਪਾ ਉਹਨਾਂ ਦੇ ਉੱਤੇ ਹੋ ਰਿਹਾ। ਸੋ ਦੂਜੇ ਪਾਸੇ ਕੈਪਟਨ ਸਾਹਿਬ ਕਹਿੰਦੇ ਨੇ ਨਹੀਂ ਜੀ, ਮੈਂ ਤਾਂ ਤੁਹਾਨੂੰ ਧੱਕੇ ਨਾਲ ਨੌਕਰੀ ਦੇਣੀ ਹੈ, ਕਿਉਂਕਿ ਤੁਹਾਡੀ ਤਾਂ ਕੁਰਬਾਨੀ ਬਹੁਤ ਵੱਡੀ ਹੈ। ਸੋ ਇਸ ਕਰਕੇ ਆਪਾਂ ਨੇ ਉਸ ਦਿਨ ਬੜੀ ਡਿਟੇਲ 'ਚ ਗੱਲ ਕੀਤੀ ਸੀਗੀ ਕਿ ਕੈਪਟਨ ਸਾਹਿਬ ਦੀ ਬਹੁਤ ਵੱਡੀ ਇਹ ਗਲਤੀ ਸੀਗੀ। ਔਰ ਕਿਉਂਕਿ ਇਸ ਵੇਲੇ ਪੰਜਾਬ ਦੇ ਨੌਜਵਾਨ ਵਿਚਾਰੇ ਜਿਹੜੇ ਨੇ ਉਹ ਵਿਦੇਸ਼ਾਂ 'ਚ ਭੱਜ ਰਹੇ ਨੇ ਔਰ ਇੱਥੇ ਰੁੜ ਰਹੇ ਨੇ। ਸੋ ਇਸ ਕਰਕੇ ਜੇ ਤਾਂ ਤੁਸੀਂ ਸਾਰਿਆਂ ਨੂੰ ਨੌਕਰੀ ਦੇ ਦਿਓ ਜਾਂ ਤਾਂ ਰੌਲਾ ਨਹੀਂ ਸੀ ਪੈਣਾ। ਜੇਕਰ ਸਾਰੇ ਨੌਜਵਾਨਾਂ ਨੂੰ ਨੌਕਰੀ, ਜਿਵੇਂ ਉਹਨਾਂ ਨੇ ਵਾਅਦੇ ਕੀਤੇ ਸੀਗੇ, ਸਰਟੀਫਿਕੇਟ ਜਿਹੜੇ ਇਸ਼ੂ ਕੀਤੇ ਸੀਗੇ ਜਾਂ ਉਹਨਾਂ ਨੂੰ ਕਾਰਡ ਦਿੱਤੇ ਗਏ ਸੀਗੇ, ਜਾਂ ਤਾਂ ਸਭ ਨੂੰ ਹੁਣ ਤੱਕ ਨੌਕਰੀ ਦਿੱਤੀ ਹੁੰਦੀ 4.5 ਸਾਲਾਂ ਦੇ ਵਿੱਚ, ਫਿਰ ਕੋਈ ਕਿਸੇ ਨੇ ਸੀ ਬੋਲਣਾ। ਔਰ ਇਸ ਕਰਕੇ ਸਗੋਂ ਲੋਕਾਂ ਨੇ ਕਹਿਣਾ ਸੀ ਠੀਕ ਹੈ ਜੀ, ਬਹੁਤ ਵਧੀਆ ਗੱਲ ਕੀਤੀ ਹੈ, ਤੁਸੀਂ ਆਪਣੇ ਪਰਿਵਾਰ ਦਾ ਵੀ ਖਿਆਲ ਰੱਖ ਰਹੇ ਹੋ। ਪਰ ਹੁਣ ਜਦੋਂ ਬਾਕੀਆਂ ਨੂੰ ਜਿਹੜੇ ਨੇ ਧੱਕੇ ਨੇ ਔਰ ਆਪਣੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਗੱਫੇ ਦੇ ਗੱਫੇ ਦੇ ਰਹੇ ਹੋ ਆਪਣੇ ਬੰਦਿਆਂ ਨੂੰ, ਸਿਰਫ ਇਸ ਲਈ
ਕਿ ਆਪਣੀ ਕੁਰਸੀ ਬਚਾਉਣ ਦੇ ਲਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਨੂੰ ਵੱਧ ਤੋਂ ਵੱਧ ਐਮਐਲਏ ਸਾਹਿਬਾਨ ਦੀ ਲੋੜ ਹੈ। ਔਰ ਐਮਐਲਏ ਸਾਹਿਬਾਨ ਤੁਸੀਂ ਦੇਖੋਗੇ ਕਿ ਬਿਲਕੁਲ ਕੱਲ ਵੀ ਫਤਿਹ ਜੰਗ ਉਹਨਾਂ ਨੇ ਬਾਜਵਾ ਸਾਹਿਬ ਨੇ ਕਿਹਾ ਕਿ ਮੇਰੇ ਤਾਂ ਬਹੁਤ ਖਾਸਮ ਖਾਸ ਨੇ ਕੈਪਟਨ ਸਾਹਿਬ। ਸੋ ਇਸ ਕਰਕੇ ਪਾਂਡੇ ਸਾਹਿਬ ਵੀ ਇਹ ਗੱਲਾਂ ਕਹਿ ਰਹੇ ਨੇ ਕਿ ਸਾਡੇ ਤਾਂ ਬਹੁਤ ਨਜ਼ਦੀਕੀ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੇ ਪਿੱਛੇ ਸਿਆਸਤ ਜਿਹੜੀ ਹੈਗੀ ਆ ਉਹ ਇਹੀ ਹੈ ਕੈਪਟਨ ਸਾਹਿਬ ਦੀ, ਕਿ ਮੈਂ ਕੁਰਸੀ ਬਚਾਉਣੀ ਹੈ। ਔਰ ਇਹੀ ਗੱਲ ਫਿਰ ਜਦੋਂ ਫਤਿਹ ਜੰਗ ਤੁਸੀਂ ਦੇਖਿਆ ਹੋਏਗਾ ਕਿ ਇਹਦੇ ਨਾਲ ਕੀ ਹੋ ਰਿਹਾ ਕਿ ਆਪਸੀ ਖਾਨਾ ਜੰਗੀ ਹੋਰ ਵੱਧ ਰਹੀ ਹੈ ਔਰ ਇੱਕ ਦੂਜੇ ਦੇ ਉੱਤੇ ਚਿੱਕੜ ਉਛਾਲੀ ਹੋ ਰਹੀ ਹੈ। ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਜਿਹੜੇ ਨੇ ਜਾਖੜ ਸਾਹਿਬ ਦੇ ਭਤੀਜਾ ਜਾਂ ਤ੍ਰਿਪਤ ਬਾਜਵਾ ਹੋਰਾਂ ਦਾ ਪੁੱਤਰ ਕੀ ਕਰ ਰਹੇ ਨੇ ਜਾਂ ਸੁਖ ਸਰਕਾਰੀਆ ਦਾ ਪੁੱਤਰ ਕੀ ਕਰ ਰਿਹਾ। ਉਹ ਕੱਲ ਸਾਰੀਆਂ ਚੀਜ਼ਾਂ ਐਕਸਪੋਜ਼ ਵੀ ਹੋ ਗਈਆਂ ਨਾਲ ਦੀ ਨਾਲ ਕਿ ਇਹਨਾਂ ਨੇ ਕੱਲਾ ਇਹ ਨਹੀਂ ਕਿ ਜਿਹੜੀ ਹੁਣ ਸਿਆਸਤ ਨੂੰ ਉਹ ਕਿਵੇਂ ਦੇਖ ਰਹੇ ਨੇ, ਸਿਆਸਤ ਨੂੰ ਉਹ ਬਿਜ਼ਨਸ ਬਣਾ ਰਹੇ ਨੇ, ਪੋਲਿਟਿਕਸ ਨੂੰ ਉਹਨਾਂ ਨੇ ਬਿਜ਼ਨਸ ਬਣਾਇਆ ਔਰ ਵਿਰਾਸਤ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਨੇ। ਇੱਕ ਬੰਦਾ ਜਿਹੜਾ ਹੈਗਾ ਜਦੋਂ ਐਮਐਲਏ ਬਣਦਾ ਹੈ ਤਾਂ ਉਹ ਪੂਰੇ ਦਾ ਪੂਰਾ ਖਾਨਦਾਨ ਅੱਗੇ ਉਹ ਮਤਲਬ ਸਿਆਸਤਦਾਨਾਂ ਦਾ ਹੀ ਪੈਦਾ ਕਰਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਸਿਆਸਤ ਹੈ ਪਿਛਲੇ ਸਾਲਾਂ ਦੇ ਵਿੱਚ ਹੋਈ ਹੈ, ਕਿਸੇ ਵੇਲੇ ਇਹ ਸਿਆਸਤ ਜਿਹੜੀ ਸੀਗੀ ਲੋਕਾਂ ਦੀ ਸੇਵਾ ਦੇ ਲਈ ਬੰਨੀ ਜਾਂਦੀ ਸੀਗੀ ਕਿ ਲੋਕ ਸੇਵਾ ਕਰਨੀ ਆ, ਅਸੀਂ ਪੰਜਾਬ ਨੂੰ ਜਾਂ ਆਪਣੇ ਮੁਲਕ ਨੂੰ ਅੱਗੇ ਲੈ ਕੇ ਜਾਣਾ ਸਿਆਸਤ ਦੇ ਰਾਹੀਂ। ਪਰ ਹੁਣ ਕੀ ਹੈ ਕਿ ਹੁਣ ਇਹ ਹੋ ਗਿਆ ਕਿ ਅਸੀਂ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਹੈ। ਪਰਿਵਾਰਵਾਦ ਦੀ ਜਿਹੜੀ ਸਿਆਸਤ ਹੈ ਇਹ ਬਹੁਤ ਖਤਰਨਾਕ ਸਿਆਸਤ ਹੈ। ਇਹ ਤੋਂ ਖਹਿੜਾ ਚੜਾਉਣਾ ਚਾਹੀਦਾ ਹੈ। ਤੁਸੀਂ ਆਪਾਂ ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਤੋਂ ਪਰਿਵਾਰਵਾਦ ਦੀ ਜਿਹੜੀ ਝਲਕ ਹੈ ਉਹ ਬਿਲਕੁਲ ਸ਼ਰੇਆਮ ਪਤਾ ਲੱਗ ਰਹੀ ਹੈ ਕਿ ਇੱਕ ਪਰਿਵਾਰ ਜਦੋਂ ਸਿਆਸਤ ਦੇ ਵਿੱਚ ਆ ਜਾਂਦਾ ਹੈ ਤਾਂ ਉਹਨੂੰ ਬਿਜ਼ਨਸ ਬਣਾ ਕੇ ਉਹ ਕਿਵੇਂ ਦੀ ਕਿਵੇਂ ਕਰੋੜਾਂ ਅਰਬਾਂ ਰੁਪਇਆ ਉਹ ਕਮਾਉਂਦਾ ਹੈ ਔਰ ਅੱਗੇ ਦੀ ਅੱਗੇ ਜਿਹੜੀ ਖਾਨਦਾਨੀ ਜਿਹੜੀ ਚੀਜ਼ਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਔਰ ਆਮ ਲੋਕ ਵਿਚਾਰੇ ਉੱਥੇ ਸੜਕਾਂ ਤੇ ਰੁਲਦੇ ਰਹਿੰਦੇ ਨੇ। ਔਰ ਕੱਲ ਦਾ ਜਿਹੜਾ ਤੁਸੀਂ ਦੇਖੋਗੇ ਕਿ ਇੱਕ ਦੂਜੇ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਉੱਥੋਂ ਸਪਸ਼ਟ ਇਹੀ ਹੁੰਦਾ ਕਿ ਭਾਈ ਇਹ ਜਿਹੜੀ ਹੁਣ ਸਿਆਸਤ ਜਿਹੜੀ ਬਚੀ ਹੈ ਇਹ ਇਹਨਾਂ ਲੀਡਰਾਂ ਦੀ, ਇਹਨਾਂ ਪੈਸੇ ਵਾਲੇ ਲੋਕਾਂ ਦੀ ਜਿਹੜੀ ਹੈਗੀ ਹੈ ਇੱਕ ਵਿਰਾਸਤ ਬਣ ਚੁੱਕੀ ਹੈ। ਔਰ ਇਹਨਾਂ ਦੇ ਜੋ ਨੁਕਸਾਨ ਹੋਊਗਾ ਆਪਸ ਜਿਹੜੀ ਇਹ ਖਾਨਾ ਜੰਗੀ ਚੱਲ ਰਹੀ ਹੈ ਹੁਣ ਨਵੀਂ ਚੱਲ ਪਈ ਨੌਕਰੀਆਂ ਨੂੰ ਲੈ ਕੇ ਹੈ ਨਾ, ਇਹ ਖਾਨਾ ਜੰਗੀ ਕਿੰਨੀ ਅੱਗੇ ਤੱਕ ਵਧੇਗੀ ਕਿਉਂਕਿ ਉਧਰ ਤ੍ਰਿਪਤਰਿੰਦਰ ਬਾਜਵਾ ਵੀ ਉਧਰਲੇ ਹਲਕੇ ਚੋਂ ਹੀ ਆਉਂਦੇ ਨੇ, ਸੁਖ ਸਰਕਾਰੀਆ ਪ੍ਰਧਾਨ ਨੂੰ ਹੀ ਆਪਣੇ ਨੂੰ ਨਿਸ਼ਾਨੇ 'ਚ ਲੈ ਲਿਆ ਤੇ ਪ੍ਰਧਾਨ ਨੇ ਵੀ ਉਲਟਾ ਵਾਰ ਕੀਤਾ, ਕਹਿੰਦੇ ਕਿ ਤੁਸੀਂ ਲੋਕਾਂ ਤੋਂ ਮਾਫੀ ਮੰਗੋ, ਤੁਹਾਨੂੰ ਗਲਤੀ ਤੁਹਾਡੀ ਆਪਣੀ ਹੈ। ਯਾਨੀ ਸਿੱਧੇ ਤੌਰ ਤੇ ਹੁਣ ਜਿਹੜੀ ਖਾਨਾ ਜੰਗੀ ਸ਼ੁਰੂ ਹੋਈ ਹੈ ਕਿੰਨੇ ਕੁ ਨੁਕਸਾਨ ਵਾਲੇ ਪਾਸੇ ਨੂੰ ਲੈ ਕੇ ਜਾਊਗੀ? ਸੁਖਵਿੰਦਰ ਜੀ ਇਹ ਖਾਨਾ ਜੰਗੀ ਤਾਂ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਨੁਕਸਾਨ ਹੀ ਕਰ ਰਹੀ ਹੈ, ਕੋਈ ਫਾਇਦਾ ਤਾਂ ਕਰ ਹੀ ਨਹੀਂ ਰਹੀ। ਨੌਕਰੀਆਂ ਦੇ ਮਾਮਲੇ ਦੀ ਆਪਾਂ ਅਲੱਗ ਗੱਲ ਕਰ ਰਹੇ ਹਾਂ ਕਿਉਂਕਿ ਇਹਦਾ ਨੁਕਸਾਨ ਕਿਹਨੂੰ ਜ਼ਿਆਦਾ ਹੋਊਗਾ ਕਿਉਂਕਿ ਜੇ ਤੁਸੀਂ ਨੌਕਰੀ ਛੱਡਣੀ ਸੀ ਚੁੱਪ ਚਪੀਤੇ ਛੱਡ ਦਿਓ ਤਾਂ ਫਿਰ ਲੋਕ ਇਹ ਕਹਿ ਵੀ ਸਕਦੇ ਸੀ ਵੀ ਠੀਕ ਆ ਭਾਈ ਉਹਨਾਂ ਨੇ ਨੌਕਰੀ ਚੁੱਪ ਚਪੀਤੇ ਛੱਡਦੀ ਆ ਸਵੀਕਾਰ ਕਰਤੀ। ਪਰ ਜਿਸ ਤਰੀਕੇ ਨਾਲ ਕੱਲ ਲਾਟ ਮਾਰ ਕੇ ਨੌਕਰੀ ਛੱਡੀ ਗਈ ਉਹ ਤੋਂ ਸਾਫ਼ ਜ਼ਾਹਿਰ ਹੋ ਗਿਆ ਕਿ ਭਾਈ ਛੱਡਣੀ ਤਾਂ ਨਹੀਂ ਸੀ ਚਾਹੁੰਦੇ, ਧੱਕੇ ਨਾਲ ਛਡਵਾਈ ਗਈ ਹੈ। ਤਾਂ ਉਧਰੋਂ ਜਾਖੜ ਨੇ ਵੀ ਵਾਰ ਕਰਤਾ, ਇਹਨਾਂ ਦਾ ਪਲਟਵਾਰ ਜਿਹੜਾ ਕੀਤਾ ਗਿਆ ਇਹਨਾਂ ਦੇ, ਤਾਂ ਫਿਰ ਉਹਦਾ ਨੁਕਸਾਨ ਫਤਿਹ ਜੰਗ ਬਾਜਵਾ ਹੋਰਾਂ ਨੂੰ ਕਿੰਨਾ ਹੋਊਗਾ ਤੇ ਜਾਂ ਪਾਰਟੀ ਨੂੰ ਕਿੰਨਾ ਹੋਊਗਾ? ਮੈਨੂੰ ਲੱਗਦਾ ਕਿ ਪਾਰਟੀ ਜਾਂ ਫਤਿਹ ਜੰਗ ਬਾਜਵਾ ਦੀ ਬਜਾਏ ਇਹਦਾ ਵੱਡਾ ਨੁਕਸਾਨ ਕੈਪਟਨ ਸਾਹਿਬ ਨੂੰ ਹੋਏਗਾ ਕਿਉਂਕਿ ਤੁਸੀਂ ਦੇਖੋਗੇ ਕਿ ਜਿੰਨੀਆਂ ਵੀ ਧਿਰਾਂ ਨੇ, ਇੱਕ ਪਾਸੇ ਫਤਿਹ ਜੰਗ ਜੀ ਕਹਿ ਰਹੇ ਨੇ ਕਿ ਮੈਨੂੰ ਤਾਂ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੈ, ਮੈਂ ਉਹਨਾਂ ਲਈ ਨੌਕਰੀ ਛੱਡ ਰਿਹਾ। ਦੂਜੇ ਪਾਸੇ ਜਾਖੜ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਨੇ ਉਹਨਾਂ ਦੇ ਨਾਂ ਨੂੰ ਬਦਨਾਮ ਕੀਤਾ, ਇਹਨਾਂ ਨੇ ਉਹਨਾਂ ਦੀ ਜਿਹੜੀ ਹੈਗੀ ਆ ਆਫਰ ਕੀਤੀ ਸੀ, ਇਹਨਾਂ ਨੇ ਮਤਲਬ ਇਹ ਸਾਰੀਆਂ ਚੀਜ਼ਾਂ ਉਹਨਾਂ ਦਾ ਜਿਹੜਾ ਹੈਗਾ ਬੜਾ ਵੱਡਾ ਕੈਪਟਨ ਸਾਹਿਬ ਨੂੰ ਇਹਦੇ ਨਾਲ ਨੁਕਸਾਨ ਹੋਏਗਾ। ਸੋ ਦੋਨੋਂ ਧਿਰਾਂ ਜਿਹੜੀਆਂ ਨੇ, ਚਾਹੇ ਜਾਖੜ ਸਾਹਿਬ ਹੋਣ ਚਾਹੇ ਬਾਜਵਾ ਸਾਹਿਬ ਹੋਣ, ਉਹਨਾਂ ਦਾ ਟਾਰਗੇਟ ਇਹ ਹੈ ਕਿ ਕੈਪਟਨ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਕਿਵੇਂ ਨਾ ਕਿਵੇਂ ਉਹਨਾਂ ਦੀ ਚਮਚਾਗਿਰੀ ਕੀਤੀ ਜਾਵੇ। ਸੋ ਉਹਨਾਂ ਨੂੰ ਬਚਾਉਣ ਦੇ ਲਈ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਇੱਕ ਦੂਜੇ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹਦੇ ਨਾਲ ਨੁਕਸਾਨ ਜਿਹੜਾ ਹੈਗਾ ਪਾਰਟੀ ਨੂੰ ਹੋ ਰਿਹਾ। ਉਹ ਕੀ ਕਰ ਰਹੇ ਨੇ ਕਿ ਕੈਪਟਨ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ, ਉਹਨਾਂ ਦੀਆਂ ਗੁੱਡ ਬੁੱਕਸ ਦੇ ਵਿੱਚ ਆਉਣ ਦੇ ਲਈ ਇਹੀ ਕਹਿ ਰਹੇ ਨੇ ਕਿ ਤੂੰ ਕੈਪਟਨ ਸਾਹਿਬ ਦਾ ਤੂੰ ਜ਼ਿਆਦਾ ਨੁਕਸਾਨ ਕਰਤਾ। ਉਹ ਦੂਜਾ ਕਹਿ ਰਿਹਾ ਕਿ ਨਹੀਂ ਜੀ ਕੈਪਟਨ ਸਾਹਿਬ ਦਾ ਤੇਰੇ ਕਰਕੇ ਵੱਡਾ ਨੁਕਸਾਨ ਹੋਇਆ, ਸੋ ਇਸ ਕਰਕੇ ਮੈਂ ਤਾਂ ਦੁੱਧ ਧੋਤਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦੇ ਨਾਲ ਪਾਰਟੀ ਨੂੰ ਤਾਂ ਨੁਕਸਾਨ ਹੋਣਾ ਹੀ ਹੋਣਾ, ਕੈਪਟਨ ਸਾਹਿਬ ਨੂੰ ਜਿਹੜਾ ਹੈਗਾ ਉਹਨਾਂ ਦੀ ਛਵੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਜੀ। ਤਾਂ ਹੁਣ ਜੇਕਰ ਆਪਾਂ ਗੱਲਬਾਤ ਕਰੀਏ, ਜਿਹੜੇ ਆਪਾਂ ਪਹਿਲਾਂ ਗੱਲਬਾਤ ਕਰਕੇ ਹਟੇ ਹਾਂ ਕਿ ਝਾੜ ਪਈ ਤੇ ਕੈਪਟਨ ਅਮਰਿੰਦਰ ਸਿੰਘ ਹਰਕਤ ਦੇ ਵਿੱਚ ਆਇਆ, ਅਕਾਲੀ ਦਲ ਨੇ ਵੀ ਖਦਸ਼ਾ ਜਤਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਉਹਨਾਂ ਨੇ 18 ਜਿਹੜੇ ਪਲੰਦਾ ਦਿੱਤਾ ਗਿਆ, 18 ਨੁਕਤਿਆਂ ਵਾਲਾ, 18 ਵਾਅਦੇ ਪੂਰੇ ਕਰਨ ਵਾਲਾ, ਉਹਨਾਂ ਦੇ ਵਿੱਚੋਂ ਕੋਈ ਬੇਅਦਬੀ ਤੇ ਗੋਲੀ ਕਾਂਡ ਦਾ ਵੀ ਇੱਕ ਵਾਅਦਾ ਹੈਗਾ ਉਹਨਾਂ ਦੇ ਵਿੱਚ। ਅਕਾਲੀ ਦਲ ਨੂੰ ਇਹ ਹੋ ਰਹੀ ਹੈ ਚਿੰਤਾ
ਬਿਕਰਮ ਸਿੰਘ ਮਜੀਠੀਆ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਤੇ ਪੈ ਗਿਆ ਪ੍ਰੈਸ਼ਰ ਆਪਣੀ ਨੌਕਰੀ ਮਾਫ ਕਰਨਾ ਆਪਣੀ ਕੁਰਸੀ ਬਚਾਉਣ ਦਾ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਦੇ ਲਈ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਜਾਣਬੁੱਝ ਕੇ ਗ੍ਰਿਫਤਾਰ ਕਰ ਸਕਦੀ ਹੈ। ਕਿਵੇਂ ਦੇਖਦੇ? ਸੁਖਵਿੰਦਰ ਜੀ, ਕਹਾਵਤ ਹੈ ਕਿ ਚੋਰ ਦੀ ਦਾੜੀ 'ਚ ਤਣਕਾ। ਸੋ ਇਸ ਕਰਕੇ ਇਹਨਾਂ ਨੂੰ ਡਰ ਦਾ ਆਪਣੇ ਆਪ ਹੀ ਸਤਾਰਿਆ। ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਹੋਈ ਹਜੇ, ਬਿਲਕੁਲ ਅਜੇ ਤਾਂ ਇਹ ਮਤਲਬ ਸ਼ੁਰੂਆਤ ਹੀ ਹੈ। ਪਰ ਕਿਉਂਕਿ ਜਿਹੜਾ ਅੰਦਰ ਜਿਹਦੇ ਚੋਰ ਬੈਠਾ ਹੁੰਦਾ, ਜਿਹਨੂੰ ਲੱਗਦਾ ਹੁੰਦਾ ਹੈ, ਉਹ ਆਪਣੇ ਆਪ ਹੀ ਘਬਰਾ ਜਾਂਦਾ। ਸੋ ਇਸ ਕਰਕੇ ਅਕਾਲੀ ਦਲ ਘਬਰਾਇਆ ਹੋਇਆ। ਔਰ ਕੱਲ ਜਿਹੜੀ ਪ੍ਰੈਸ ਕਾਨਫਰੰਸ ਡਾਕਟਰ ਚੀਮਾ ਹੋਰਾਂ ਨੇ ਜਾਂ ਮਜੀਠੀਆ ਸਾਹਿਬ ਨੇ ਕੀਤੀ ਹੈ, ਉੱਥੋਂ ਇਹੀ ਸਪਸ਼ਟ ਹੋ ਰਿਹਾ ਕਿ ਇਸ ਵੇਲੇ ਪੰਜਾਬ ਦੇ ਲੋਕ ਇਹਨਾਂ ਨੂੰ ਨੇੜੇ ਨਹੀਂ ਲਾ ਰਹੇ। ਇਸ ਲਈ ਨੇੜੇ ਨਹੀਂ ਲਾ ਰਹੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਹਰਕਤਾਂ ਕੀਤੀਆਂ ਹੋਈਆਂ ਨੇ ਔਰ ਇਹਨਾਂ ਦੇ ਆਪਣੇ ਕਾਰਜਕਾਲ ਦੇ ਵਿੱਚ ਇਹ ਜਿਹੜਾ ਬਰਗਾੜੀ ਕਾਂਡ ਵਾਪਰਿਆ ਸੀਗਾ। ਸੋ ਇਸ ਕਰਕੇ ਆਪਣਾ ਜਿਹੜਾ ਡਰ ਹੈ ਉਹਨਾਂ ਨੂੰ ਆਪਣੇ ਆਪ ਸਤਾ ਰਿਹਾ ਔਰ ਇਦਾਂ ਦੀਆਂ ਹਰਕਤਾਂ ਤੁਸੀਂ ਦੇਖੋਗੇ, ਇਦਾਂ ਦੀ ਬਿਆਨਬਾਜ਼ੀ ਜਿਹੜੀ ਹੈਗੀ ਆ ਉਸ ਡਰ ਦੇ ਵਿੱਚੋਂ ਆ ਰਹੀ ਹੈ। ਪਰ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਜਾਂ ਪੰਜਾਬ ਦਾ ਜਿਹੜਾ ਸਿੱਖ ਭਾਈਚਾਰਾ ਹੈ, ਉਹਨਾਂ ਨੂੰ ਕੱਲੀ ਗੱਲ ਦਾ ਪਤਾ ਹੈ। ਇਹ ਨਹੀਂ ਹੈ ਕਿ ਉਹ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਤੋਂ ਲੁਕੀਆਂ ਹੋਈਆਂ ਨੇ। ਇਸ ਵੇਲੇ ਜਿਹੜਾ ਹੈਗਾ ਪਿਛਲੇ 17 ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਸਬਕ ਵੀ ਸਿਖਾਇਆ ਅਕਾਲੀ ਦਲ ਨੂੰ ਔਰ ਦੱਸਿਆ ਵੀ ਕਿ ਭਾਈ ਤੁਸੀਂ ਇਸ ਵੇਲੇ ਕਿੱਥੇ ਤੁਹਾਡਾ ਸਥਾਨ ਜਿਹੜਾ ਹੈਗਾ ਕਿੱਥੇ ਹੈ। ਸੋ ਮੈਂ ਕਹਿਣਾ ਚਾਹੁੰਦਾ ਕਿ ਬੇਸ਼ੱਕ ਸਿੱਟਾਂ ਤੋਂ ਬਚ ਸਕਦੇ ਨੇ, ਬੇਸ਼ੱਕ ਕਮਿਸ਼ਨ ਤੋਂ ਬਚ ਸਕਦੇ ਨੇ, ਪਰ ਜਿਹੜਾ ਲੋਕਾਂ ਦੀਆਂ ਨਜ਼ਰਾਂ ਤੋਂ ਨਾ ਅਕਾਲੀ ਦਲ ਬਚ ਸਕਦਾ ਹੈ, ਨਾ ਕਾਂਗਰਸ ਬਚ ਸਕਦੀ ਹੈ, ਨਾ ਕੋਈ ਹੋਰ ਪਾਰਟੀ ਬਚ ਸਕਦੀ ਹੈ। ਲੋਕ ਸਾਰੀਆਂ ਗੱਲਾਂ ਜਾਣਦੇ ਨੇ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਸੋਸ਼ਲ ਮੀਡੀਆ ਹੋਣ ਕਰਕੇ ਅੱਜ ਹਰ ਬੱਚੇ ਦੇ ਹੱਥ ਦੇ ਵਿੱਚ ਜਿਹੜਾ ਹੈਗਾ ਬੱਚੇ ਦੇ ਹੱਥ 'ਚ ਮੋਬਾਈਲ ਫੋਨ ਨੇ ਔਰ ਹਰ ਇਨਫੋਰਮੇਸ਼ਨ ਉਹਨਾਂ ਕੋਲ ਪਹੁੰਚ ਰਹੀ ਹੈ। ਸੋ ਇਸ ਕਰਕੇ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੇ ਵੋਟਰ ਨੂੰ ਏਦਾਂ ਮਤਲਬ ਗਲਤ ਗੱਲਾਂ ਦੇ ਵਿੱਚ ਲਾ ਕੇ ਜਾਂ ਹੋਰ ਤਰ੍ਹਾਂ ਦੀ ਪੋਲਿਟਿਕਸ ਕਰਕੇ ਉਹਨਾਂ ਨੂੰ ਉਲਝਾ ਲੈਣਾ ਔਰ ਆਪਣੇ ਪਿੱਛੇ ਲਾ ਲੈਣਾ, ਏਦਾਂ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ। ਬੇਸ਼ੱਕ ਅਕਾਲੀ ਦਲ ਨੂੰ ਲੱਗਦਾ ਹੈ ਕਿ ਅਸੀਂ ਏਦਾਂ ਦੀ ਬਿਆਨਬਾਜ਼ੀ ਕਰਕੇ ਆਪਣੇ ਜਿਹੜਾ ਹੈਗਾ ਉਹ ਸਾਰਾ ਜੋ ਪਾਪ ਉਹਨਾਂ ਨੇ ਕੀਤੇ ਹੋਏ ਨੇ ਉਹਦੇ ਉੱਤੇ ਅਸੀਂ ਪਰਦਾ ਪਾ ਦਾਂਗੇ ਔਰ ਮਿੱਟੀ ਪਾ ਕੇ ਦੂਜੀਆਂ ਜਿਹੜੀਆਂ ਨੇ ਕਾਂਗਰਸ ਨੂੰ ਅੱਗੇ ਲਿਆਵਾਂਗੇ, ਆਮ ਆਦਮੀ ਪਾਰਟੀ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਨੁਕਰੇ ਲਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਮੈਨੂੰ ਨਹੀਂ ਲੱਗਦਾ ਕਿ ਜਿੱਦਾਂ ਦੇ ਮਜੀਠੀਆ ਸਾਹਿਬ ਬਿਆਨ ਦੇ ਰਹੇ ਨੇ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਕੋਈ ਅਸਰ ਪਏਗਾ। ਸਗੋਂ ਪੰਜਾਬ ਦੇ ਲੋਕ ਤਾਂ ਇਸ ਵੇਲੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਚਾਹੁੰਦੇ ਨੇ ਔਰ ਪੰਜਾਬ ਦੇ ਲੋਕ ਜਿਹੜੇ ਨੇ ਜੇ ਉਹਨਾਂ ਨੂੰ ਉੱਦਾਂ ਇਨਸਾਫ ਨਹੀਂ ਮਿਲੇਗਾ, ਉਹ 22 ਦੇ ਵਿੱਚ ਇਨਸਾਫ ਲੈ ਲੈਣਗੇ। ਉਹਨਾਂ ਕੋਲ ਇੱਕੋ ਹੀ ਵੱਡਾ ਹਥਿਆਰ ਹੈ ਇਸ ਵੇਲੇ, ਵੋਟ ਦਾ ਅਧਿਕਾਰ ਹੈ ਔਰ 22 ਦੇ ਵਿੱਚ ਉਹਨਾਂ ਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦੇਣਾ ਹੈ। ਜੇਕਰ ਕੋਈ ਸਿੱਟ ਨਹੀਂ ਕਰੇਗੀ ਤਾਂ ਪੰਜਾਬ ਦੇ ਲੋਕ ਤਾਂ ਜਿਹੜੇ ਨੇ ਅੱਗੇ ਆਉਣਗੇ 22 ਦੇ ਵਿੱਚ। ਜੀ ਸੁਖਵਿੰਦਰ ਜੀ, ਬਿਲਕੁਲ। ਕੀ ਅਜਿਹੀ ਗੱਲਬਾਤ ਹੋ ਸਕਦੀ ਹੈ ਕਿ ਗ੍ਰਿਫਤਾਰੀਆਂ ਦੀ ਇੱਥੋਂ ਤੱਕ ਗੱਲ ਪਹੁੰਚੀ ਹੋਈ ਹੈ? ਦੇਖੋ, ਮੈਨੂੰ ਇਹ ਲੱਗਦਾ ਕਿ ਜਿੱਥੋਂ ਤੱਕ ਗ੍ਰਿਫਤਾਰੀਆਂ ਦਾ ਸੰਬੰਧ ਹੈ ਉਹ ਹਜੇ ਕੋਈ ਏਦਾਂ ਦੀ ਸੰਭਾਵਨਾ ਨਹੀਂ ਲੱਗਦੀ, ਕਿਉਂਕਿ ਦੋਨੋਂ ਪਾਰਟੀਆਂ ਨੂੰ ਲੱਗਦਾ ਹੈ ਕਿ ਜੇ ਏਦਾਂ ਦੀਆਂ ਕੋਈ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਦਿੱਕਤਾਂ ਜਿਹੜੀਆਂ ਨੇ ਖੜੀਆਂ ਹੋ ਸਕਦੀਆਂ ਦੋਨੋਂ ਪਾਰਟੀਆਂ ਦੇ ਲਈ। ਸੋ ਇਸ ਕਰਕੇ ਦੋਨੋਂ ਪਾਰਟੀਆਂ ਏਦਾਂ ਦਾ ਕੋਈ ਰਿਸਕ ਨਹੀਂ ਲੈਣਗੀਆਂ ਔਰ ਇਹਨੂੰ ਏਦਾਂ ਹੀ ਇਸ ਮਸਲੇ ਨੂੰ ਲਟਕਾ ਕੇ, ਜਿਵੇਂ 84 ਦਾ ਮਸਲਾ ਜਿਹੜਾ ਹੈਗਾ ਲਟਕਾਇਆ ਗਿਆ, ਅੱਜ ਤੱਕ ਲਟਕਾਇਆ ਗਿਆ, ਜਿੰਨੀ ਚੋਣਾਂ ਦੇ ਵਿੱਚ ਉੱਠਿਆ ਕਰੂਗਾ ਹਰ ਸਾਲ। ਚੋਣਾਂ ਜਦੋਂ ਨੇੜੇ ਜੇ ਆਉਣਗੀਆਂ ਇਹ ਛੁਰਲੀ ਜਿਹੜੀ ਹੈਗੀ ਛੱਡ ਦਿਆ ਕਰਨਗੇ ਔਰ ਇਹ ਬਹੁਤ ਜਿਵੇਂ ਕਿਸੇ ਵੇਲੇ ਬੀਜੇਪੀ ਦੇ ਵਿੱਚ ਰਾਮ ਮੰਦਿਰ ਦਾ ਮਸਲਾ ਜਿਹੜਾ ਸੀਗਾ ਉਹ ਚੋਣਾਂ ਵੇਲੇ ਭੜਕਾਉਂਦੇ ਸੀਗੇ, ਉਸੇ ਤਰ੍ਹਾਂ ਦਾ ਇਹ ਮਸਲਾ ਬਹੁਤ ਵੱਡਾ ਹੱਥ ਆਇਆ, ਵੱਡਾ ਹਥਿਆਰ ਹੈ ਪੋਲੀਟੀਕਲ ਪਾਰਟੀਆਂ ਦੇ ਲਈ ਔਰ ਜਦੋਂ ਚੋਣਾਂ ਦੇ ਵਿੱਚ ਇਹਨਾਂ ਨੂੰ ਆਪਣੇ ਤਰੀਕੇ ਨਾਲ ਹਰ ਪਾਰਟੀ ਜਿਹੜੀ ਹੈਗੀ ਆ ਵਰਤੇਗੀ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮੇਂਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਦੇ ਉੱਪਰ ਸਾਡੇ ਨਾਲ ਪ੍ਰੋਗਰਾਮ ਦੇ ਜੁੜ ਕੇ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ।